साबका डीजीपी सुमेध सैनी को हाईकोर्ट की तरफ से राहत। कल मोहाली कोर्ट में पेश किए जाने पर जब विजिलेंस द्वारा सुमेध सैनी का रिमांड मांगा गया तो हाईकोर्ट की तरफ से निचली अदालत को आदेश दिया गया कि रिमांड ना दिया जाए, जिसके चलते करीब रात 11 बजे सुमेध सैनी मोहाली कोर्ट की तरफ से जमानत पर रिहा कर दिए गए। सारी स्थिति बताते सुमेध सैनी के वकील। आइए देखते हैं मोहाली से रितिश कुमार की पूरी रिपोर्ट। ऑर्डर अपलोड हो रहा लेकिन ऑर्डर प्रनाउंस हो गया कि इन्हां दी इमीजिएट फोर्थविथ रिलीज़ दा ऑर्डर हो गया। इन्हां दी इमीजिएट कस्टडी चो रिलीज़ दा ऑर्डर हो गया, लेकिन ऑर्डर हले इत्थे पहुंचा नहीं। जज साहब उहदी वेट कर रहे आ। अपलोड हो रहा ऑर्डर हो गया। ही शुड बी रिलीज फोर्थविथ। हिज कस्टडी is held to be illegal in FIR number 11. So therefore now he is to be released. This custody is held to be illegal. नहीं हले कोई नहीं हजे ऑर्डर दी कंटेंट्स नहीं पढ़े। हले ऑर्डर दे कंटेंट्स नहीं, लंबा ऑर्डर आ 100-150 पेज दा। ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਸਿਰਫ ਜੋ ਜੱਜ ਸਾਹਿਬ ਨੇ ਪ੍ਰਨਾਉਂਸ ਕੀਤਾ ਮੈਂ ਉਹਦੇ ਬਾਰੇ ਦੱਸ ਸਕਦਾ ਕਿ ਇਹ ਆਰਡਰ ਹੋਇਆ। ਸਰ ਐਫਆਈਆਰ ਨੰਬਰ 11 ਦੀ ਗੱਲ ਕੀਤੀ ਸੀ, ਪੰਜਾਬ ਵਿਜੀਲੈਂਸ ਨੇ ਅਰੈਸਟ ਕੀਤਾ ਸੀਗਾ। ਉਹਦੇ ਵਿੱਚ ਕਿਸ ਤਰ੍ਹਾਂ ਦੀ ਖਾਮੀਆਂ ਤੁਸੀਂ ਵੇਖਦੇ ਹੋ, ਕਿਉਂਕਿ ਐਫਆਈਆਰ ਨੰਬਰ 13 ਤੇ ਉਹ ਜਾਂਚ ਤੇ ਕਈ ਸ਼ਾਮਿਲ ਹੋਈ ਸੀਗੇ। ਕੋਰਟ ਨੇ ਪ੍ਰਨਾਉਂਸਮੈਂਟ ਵੇਲੇ ਕਿਹਾ ਕਿ ਇੱਕੋ ਹੀ ਕਾਜ਼ ਆਫ ਐਕਸ਼ਨ ਤੇ ਦੋ ਐਫਆਈਆਰਸ ਨਹੀਂ ਹੋ ਸਕਦੀਆਂ। ਉਹਨਾਂ ਨੇ ਟੀਟੀ ਐਂਟਨੀ ਸੁਪਰੀਮ ਕੋਰਟ ਦੀ ਜਜਮੈਂਟ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਜਿਹੜੀ ਇਹ ਸੈਕੰਡ ਐਫਆਈਆਰ ਆ ਔਨ ਦਾ ਸੇਮ ਕਾਜ਼ ਆਫ ਐਕਸ਼ਨ ਇਜ਼ ਇਲੀਗਲ, ਅਨਕਨਸਟੀਟਿਊਸ਼ਨਲ, ਦਿਸ ਕੈਨ ਨਾਟ ਸਰਵਾਈਵ, देयरफॉर द अरेस्ट इज इलीगल। ਸਰ ਅੱਜ ਫਸਟ ਟਾਈਮ ਹੋਇਆ ਹੈ ਕਿ ਇਹਨਾਂ 12:30 ਵਜੇ ਕਰੀਬ ਲੈ ਕੇ ਆਏ ਸੀਗੇ ਸੁਮੇਧ ਸਿੰਘ ਸੈਣੀ ਨੂੰ ਤੇ ਕਰੀਬ 1 ਵਜ ਚੱਲਿਆ, ਯਾਨੀ ਕਿ 12 ਘੰਟੇ ਤੋਂ ਵੀ ਵੱਧ ਸਮਾਂ ਹੋ ਚੱਲਿਆ। ਇਹ ਆਲ ਥੀਸ ਇਸ਼ੂਜ਼ ਆਰ ਸਟਿਲ ਟੂ ਬੀ ਆਨਸਰਡ ਕਿ ਇਹ ਜਿਹੜੀ ਕਸਟਡੀ ਆ ਇਹਦਾ ਮੁਆਵਜ਼ਾ ਕੌਣ ਦੇਊਗਾ, ਇਹ ਇੱਕ ਡਿਫਰੈਂਟ ਇਸ਼ੂ ਆ। ਲੇਕਿਨ ਐਜ਼ ਫਾਰ ਐਜ਼ ਜਜਮੈਂਟ ਇਜ਼ ਕੰਸਰਨਡ ਉਹਦਾ ਇਫੈਕਟ ਇਹੀ ਆ ਕਿ ਜੇ 6.5 ਘੰਟੇ ਦੀ ਮੈਰਾਥਨ ਆਰਗੂਮੈਂਟਸ ਤੋਂ ਬਾਅਦ ਕੋਰਟ ਨੇ 6:30 ਵਜੇ ਤੱਕ ਹਾਈ ਕੋਰਟ ਖੁੱਲੀ ਰਹੀ ਤੇ ਉਹਨਾਂ ਨੇ 6:30 ਵਜੇ ਤੱਕ ਸਵੇਰ ਦੇ 11 ਵਜੇ ਤੋਂ ਲੈ ਕੇ ਸਾਨੂੰ ਹੇਅਰ ਕੀਤਾ। ਦੋਨੋਂ ਪੱਖਾਂ ਨੂੰ ਸੁਣ ਕੇ ਇਹ ਫੈਸਲਾ 6:30 ਵਜੇ ਰਿਜ਼ਰਵ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਡਿਟੇਲ ਆਰਡਰ ਵਿਲ ਫੋਲੋ। ਉਹ ਡਿਟੇਲ ਲਿਖਿਤ ਆਰਡਰ ਦੀ ਤੁਸੀਂ ਗੱਲ ਕਰ ਰਹੇ ਹੋ, ਹਜੇ ਹੋਰ ਵੀ ਟਾਈਮ ਲੱਗ ਸਕਦਾ ਹੈ ਕਿਉਂਕਿ ਕਰੈਕਸ਼ਨਾਂ ਹੋ ਰਹੀਆਂ ਜੀ। ਆਰਡਰ ਤਾਂ ਤੁਹਾਨੂੰ ਦੱਸਤਾ ਕਿ ਮੁੱਦਾ ਨੈਟ ਰਿਜ਼ਲਟ ਆਰਡਰ ਦਾ ਜਿਹੜਾ ਹੇਬੀਅਸ ਦੀ ਜਿਹੜੀ ਰਿਟ ਆ, ਜਿਹੜੀ ਸ਼ੋਭਾ ਸੈਣੀ ਵੱਲੋਂ ਪਾਈ ਗਈ ਆ, ਉਹ ਅਲਾਓ ਹੋ ਗਈ ਹੈ। ਮੇਨ ਪੁਆਇੰਟ ਇਹੀ ਹੈ ਜੀ, ਤੁਹਾਨੂੰ ਜਿਹੜਾ ਦੱਸਿਆ ਕਿ ਇੱਕ ਕਾਜ਼ ਆਫ ਐਕਸ਼ਨ ਤੇ ਦੋ ਐਫਆਈਆਰ ਨਹੀਂ ਹੋ ਸਕਦੀਆਂ। ਸਰ ਕੰਟੈਂਪਟ ਕੁਝ ਆਫੀਸ਼ੀਅਲ ਤੇ ਕਹੀ ਜਾ ਰਹੀ ਹੈ। ਇਹ ਇਸ਼ੂ ਜਸਟ ਸੁਜੈਸਟ ਹੋਇਆ ਸੀ ਕਿ 166A ਆਈਪੀਸੀ ਨਵਾਂ ਸੈਕਸ਼ਨ ਇੱਕ ਇੰਟਰੋਡਿਊਸ ਹੋਇਆ ਕਿ ਜੇ ਕੋਈ ਪੁਲਿਸ ਆਫੀਸਰ ਕਿਸੇ ਦੀ ਪ੍ਰੋਸੀਕਿਊਸ਼ਨ ਇਲੀਗਲੀ ਲਾਂਚ ਕਰਦਾ ਤਾਂ ਉਹ ਵੀ ਪ੍ਰੋਸੀਕਿਊਟ ਹੋ ਸਕਦਾ। ਇਹ ਕੋਰਟ ਵੱਲੋਂ ਇਹਦਾ ਨੋਟਿਸ ਆਈਓ ਜਿਹੜਾ ਮੇਨ ਕੰਪਲੇਨੈਂਟ ਉਹੀ ਹੁੰਦਾ ਜੀ। ਥੈਂਕ ਯੂ। ਸੁਮੇਧ ਸਿੰਘ ਸੈਣੀ ਮਾਮਲੇ 'ਚ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ 11:30 ਵਜੇ ਹੁਣੇ ਜਜਮੈਂਟ ਪ੍ਰਨਾਉਂਸ ਕੀਤੀ ਆ, ਜਿਹਦੇ 'ਚ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਆ ਕਿ ਸੁਮੇਧ ਸਿੰਘ ਸੈਣੀ ਦੀ ਜਿਹੜੀ ਕਸਟਡੀ ਸੀ ਇਸ ਕੇਸ 'ਚ ਐਫਆਈਆਰ ਨੰਬਰ 11 'ਚ ਇਲੀਗਲ ਸੀ, ਅਨਜਸਟੀਫਾਈਡ ਸੀ, ਅਗੇਂਸਟ ਵਾਇਲੇਸ਼ਨ ਆਫ ਦਾ ਅਰਲੀਅਰ ਹਾਈ ਕੋਰਟ ਆਰਡਰ ਸੀ। ਇਸ ਕਰਕੇ ਇਹਨਾਂ ਨੂੰ ਫੋਰਥ ਵਿਦ ਰਿਲੀਜ਼ ਕੀਤਾ ਜਾਵੇ। ਦੈਟ ਇਜ਼ 1। ਸੈਕੰਡ, ਇਹਨਾਂ ਨੇ ਕਿਹਾ ਜੇ ਇਹਨਾਂ ਨੂੰ ਦੁਬਾਰਾ ਕਿਸੇ ਕੇਸ 'ਚ ਇਸ ਕੇਸ 'ਚ ਦੁਬਾਰਾ ਇਹਨੂੰ ਜੇ ਤੁਸੀਂ ਵਿਜੀਲੈਂਸ ਚਾਹੁੰਦੀ ਆ ਤਾਂ 7 ਦਿਨ ਦਾ ਪ੍ਰਾਇਰ ਨੋਟਿਸ ਦੇ ਕੇ ਫਿਰ ਹੀ ਇਹਨਾਂ ਨੂੰ ਬੁਲਾ ਸਕਦੀ ਆ, ਅਰੈਸਟ ਕਰ ਸਕਦੀ ਆ। ਬਿਨਾਂ ਨੋਟਿਸ ਤੋਂ ਹਾਈ ਕੋਰਟ ਦੀ ਆਰਡਰ ਦੀ ਉਲੰਘਣਾ ਹੈ। flagrant misuse of the power by the police and misuse of the power by the vigilance. This is the order. Order aa raha hale. This is the order which is pronounced by the judge. I am quoting what he has stated. Now the contents of the order ਜਿਹੜੇ ਆ ਉਹ ਆਉਣਗੇ ਵਿਸਤਾਰ ਚ। ਲੰਬਾ ਆਰਡਰ ਆ, ਮੈਰਾਥਨ ਆਰਗੂਮੈਂਟਸ ਹੋਈ 8 ਘੰਟੇ ਦੀ, ਇਸ ਕਰਕੇ ਆਰਡਰ ਡਿਲੇ ਹੋਇਆ। ਪਰ ਜੱਜ ਸਾਹਿਬ ਨੇ ਅੱਜ ਹੀ ਆਰਡਰ ਲਿਖ ਕੇ ਪ੍ਰਨਾਉਂਸ ਕੀਤਾ। ਹੁਣੇ ਇਸ਼ੂ ਆਹੀ ਹੈ ਜੀ ਕਿ ਐਫਆਈਆਰ ਨੰਬਰ 11 ਚ ਇਹਨਾਂ ਦੀ ਕਸਟਡੀ ਜਸਟੀਫਾਈਡ ਆ ਕਿ ਨਹੀਂ ਜਸਟੀਫਾਈਡ। ਜਦੋਂ ਇਹਨਾਂ ਨੂੰ ਪਹਿਲਾਂ ਪ੍ਰੋਟੈਕਸ਼ਨ ਮਿਲੀ ਆ ਇਸੇ ਮੁੱਦੇ ਤੇ ਐਫਆਈਆਰ ਨੰਬਰ 13 ਚ, ਇੱਕੋ ਹੀ ਮੁੱਦੇ ਤੇ ਦੁਬਾਰਾ ਦੋ ਐਫਆਈਆਰਾਂ ਚ ਇਹਨਾਂ ਨੂੰ ਅਰੈਸਟ ਕਰਨਾ
ਇਲੀਗਲ ਆ ਤੇ ਪੂਰਾ ਭਰੋਸਾ ਤੁਹਾਨੂੰ। ਇੰਪੋਰਟੈਂਟ ਪੁਆਇੰਟ ਹਾਂ ਓਬਵੀਅਸਲੀ ਹੋਰ ਕੀ ਆ ਪਰ ਸਰ ਕਦੇ ਦੇਖਿਆ ਅਜਿਹੀ ਅਦਾਲਤ this is a